ਸਵਾਗਤ ਹੈ ਪੀਟੀਸੀ ਨਿਊਜ਼ ਦੇ ਸਾਰੇ ਦਰਸ਼ਕਾਂ ਦਾ। ਮੈਂ ਹਾਂ ਪਤਰਸ ਮਸੀਹ। ਦੇਸ਼ ਵਿੱਚ ਇਸ ਵਕਤ ਚੋਣਾਂ ਦਾ ਮਾਹੌਲ ਹੈ ਔਰ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਜੋ ਅੰਕੜੇ ਜਾਰੀ ਕੀਤੇ ਗਏ ਨੇ ਉਸ ਮੁਤਾਬਕ 2 ਕਰੋੜ ਲੋਕਾਂ ਨੇ 19 ਮਈ ਵਾਲੇ ਦਿਨ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਨਾ ਔਰ ਉਹਨਾਂ ਦੇ ਵਿੱਚੋਂ 2.5 ਲੱਖ ਦੇ ਕਰੀਬ ਅਜਿਹੇ ਵੋਟਰ ਹੈਗੇ ਨੇ ਜਿਹੜੇ 18 ਤੋਂ 19 ਸਾਲ ਦੇ ਉਮਰ ਵਰਗ ਦੇ ਵਿੱਚ ਆਉਂਦੇ ਨੇ ਔਰ ਇਹ ਜਿਹੜੇ ਨੌਜਵਾਨ ਹੈਗੇ ਨੇ ਕੀ ਸੋਚਦੇ ਨੇ ਵੋਟਾਂ ਨੂੰ ਲੈ ਕੇ ਔਰ ਖਾਸ ਤੌਰ ਤੇ ਸਿਆਸਤ ਨੂੰ ਲੈ ਕੇ ਇਹਨਾਂ ਦੀ ਕੀ ਸੋਚ ਹੈਗੀ ਹੈ ਇਹ ਘੋਖਣ ਦੇ ਵਾਸਤੇ ਮੈਂ ਜਲੰਧਰ ਦੇ ਇੱਕ ਸਰਕਾਰੀ ਸਕੂਲ ਦੇ ਵਿੱਚ ਮੌਜੂਦ ਹੈਗਾ। ਮੇਰੇ ਨਾਲ ਕੁਝ ਵਿਦਿਆਰਥੀ ਮੌਜੂਦ ਹੈਗੇ ਨੇ ਜਿਹੜੇ 18 ਸਾਲ ਦੀ ਉਮਰ ਪੂਰੀ ਕਰ ਚੁੱਕੀ ਹੈ, ਵੋਟ ਬਣਵਾਈ ਹੈ, ਕਈਆਂ ਦੇ ਵੋਟਿੰਗ ਕਾਰਡ ਆ ਗਏ ਆ, ਕਈਆਂ ਦੇ ਹੋਣੇ ਬਾਕੀ। ਔਰ ਖਾਸ ਤੌਰ ਤੇ ਇਸ ਮੌਕੇ ਦੇ ਵਿੱਚ ਇਹ ਚੋਣਾਂ ਨੂੰ ਲੈ ਕੇ ਔਰ ਸਿਆਸਤ ਨੂੰ ਲੈ ਕੇ ਕੀ ਕੁਝ ਸੋਚਦੇ ਨੇ ਇਹਨਾਂ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹਾਂ, ਕਿਉਂਕਿ ਦੇਸ਼ ਦੇ ਭਵਿੱਖ ਦਾ ਮਸਲਾ ਔਰ ਦੇਸ਼ ਦੇ ਭਵਿੱਖ ਦੇ ਨਾਲ ਅਸੀਂ ਗੱਲਬਾਤ ਕਰਨ ਵਾਸਤੇ ਜਾ ਰਹੇ ਹਾਂ। ਕੀ ਨਾਮ ਹੈ ਤੁਹਾਡਾ, ਕਿਹੜੀ ਕਲਾਸ ਪੜ੍ਹਦੇ ਹੋ? ਮੇਰਾ ਨਾਮ ਅੰਕਿਤ ਹੈਗਾ, ਮੈਂ +2 B 'ਚ ਪੜ੍ਹਦਾ ਹਾਂ, ਆਰਟਸ। ਅੱਛਾ, ਤੁਹਾਨੂੰ ਪਤਾ ਇਸ ਵਕਤ ਚੋਣਾਂ ਦਾ ਮਾਹੌਲ ਪੂਰਾ ਸਰਗਰਮ ਹੈਗਾ, ਕੀ ਸੋਚਦੇ ਹੋ ਵੋਟਾਂ ਨੂੰ ਲੈ ਕੇ ਜਾਂ ਪੋਲਿਟਿਕਸ ਨੂੰ ਲੈ ਕੇ? ਮੇਰੇ ਅਕੋਰਡਿੰਗ ਸਰਕਾਰ ਇਹ ਹੋਣੀ ਚਾਹੀਦੀ ਜਿਹੜਾ ਸਾਡਾ ਵਿਕਾਸ ਕਰ ਸਕੇ, ਕਿਉਂਕਿ ਇਹਨਾਂ ਦੇ ਉੱਤੇ ਸਾਡਾ ਫਿਊਚਰ ਡਿਪੈਂਡ ਕਰਦਾ ਵਾ। ਤੇ ਮੇਰੇ ਅਕੋਰਡਿੰਗ ਬੇਰੁਜ਼ਗਾਰੀ ਇੱਥੇ ਦੁਨੀਆ 'ਚ ਬਹੁਤ ਹੈਗੀ ਹੈ, ਸਾਡੇ ਇੰਡੀਆ 'ਚ, ਤੇ ਇਹਨਾਂ ਨੂੰ ਦੂਰ ਕਰਨ ਲਈ ਸਾਡੀ ਵਧੀਆ ਜੀ ਸਰਕਾਰ ਬਣਨੀ ਚਾਹੀਦੀ ਹੈ, ਤੇ ਤਾਂ ਜੋ ਸਾਨੂੰ ਇੱਥੇ ਰੋਜ਼ਗਾਰ ਮਿਲ ਸਕੇ। ਸਾਡੇ ਇੰਡੀਆ 'ਚ ਨਸ਼ਾ ਵੀ ਬਹੁਤ ਜ਼ਿਆਦਾ ਹੈਗਾ ਵਾ। ਮੇਰੇ ਅਕੋਰਡਿੰਗ ਇੱਥੇ ਨਸ਼ਾ ਬੰਦ ਹੀ ਕਰ ਦੇਣਾ ਚਾਹੀਦਾ ਵਾ, ਇੱਕ ਸਰਕਾਰ ਹੋਣੀ ਚਾਹੀਦੀ ਹੈ ਇੱਦਾਂ ਦੀ। ਤੇ ਸਾਡੇ ਇੰਡੀਆ ਵਿੱਚ ਜ਼ਿਆਦਾਤਰ ਲੋਕ +2 ਕਰਕੇ ਬਾਹਰ ਚਲੇ ਜਾਂਦੇ ਹਨ। ਤੇ ਤੁਸੀਂ ਤਾਂ ਨਹੀਂ ਬਾਹਰ ਜਾਣਾ +2 ਕਰਕੇ? ਹੈ ਪ੍ਰੋਗਰਾਮ ਇੱਧਰ? ਮੈਂ ਤਾਂ ਆਪਣਾ ਇੰਡੀਆ ਦਾ ਨਾਮ ਰੋਸ਼ਨ ਕਰਨਾ ਚਾਹੁੰਦਾ ਇੱਥੇ ਰਹਿ ਕੇ, ਤਾਂ ਕਿ ਮੈਂ ਆਪਣੇ ਵੀ ਦੇਸ਼ ਦਾ ਨਾਮ ਰੋਸ਼ਨ ਕਰ ਸਕਾਂ। ਤੇ ਹੋਰ ਬਸ। ਅੱਛਾ, ਸਿਆਸਤ ਦੇ ਵਿੱਚ ਦਿਲਚਸਪੀ ਹੈ ਕੋਈ? ਕਦੇ ਪੋਲਿਟਿਕਸ ਡਿਸਕਸ ਕਰਦੇ ਹੋ ਜਦੋਂ ਦੋਸਤਾਂ ਨਾਲ ਬੈਠਦੇ ਹੋ? ਹਾਂਜੀ, ਕਰਦੇ ਹਾਂ। ਜ਼ਿਆਦਾਤਰ ਆਪਾਂ ਇਹੀ ਬੇਰੁਜ਼ਗਾਰੀ ਬਾਰੇ ਗੱਲਾਂ ਕਰਦੇ ਹਾਂ, ਜਿਵੇਂ ਕਿ ਸਾਡੇ ਇੰਡੀਆ 'ਚ ਬਹੁਤ ਜ਼ਿਆਦਾ ਬੇਰੁਜ਼ਗਾਰੀ ਹੈਗੀ ਆ, ਕਿਉਂਕਿ ਇੱਥੇ ਪੜ੍ਹੇ ਲਿਖੇ ਲੋਕਾਂ ਨੂੰ ਹੀ ਬਹੁਤ ਘੱਟ ਨੌਕਰੀ ਮਿਲਦੀਆਂ ਹਨ। ਉਹਨਾਂ 'ਚ ਗਿਣੇ ਚੁਣੇ ਹੁੰਦੇ ਹਨ ਜਿਨ੍ਹਾਂ ਨੂੰ ਵੋਟਾਂ ਮਤਲਬ ਨੌਕਰੀਆਂ ਮਿਲਦੀਆਂ ਹਨ। ਅੱਛਾ, ਤੁਸੀਂ ਕੀ ਕਹਿੰਦੇ ਹੋ? ਤੁਹਾਡੇ ਵਾਸਤੇ ਜੇ ਪੁੱਛਿਆ ਜਾਵੇ ਵੋਟ ਦੀ ਕੀ ਵੈਲਿਊ ਹੈ, ਵੋਟ ਦੀ ਕੀ ਅਹਿਮੀਅਤ ਹੈ ਤੁਹਾਡੀ? ਵੋਟ ਦੀ ਵੈਲਿਊ ਬਹੁਤ ਜ਼ਿਆਦਾ ਹੈ। ਇਹ ਸਾਡਾ ਫਿਊਚਰ ਪਰ ਡਿਪੈਂਡ ਕਰਦੀ ਹੈ, ਮਤਲਬ ਵੋਟ ਦੇ ਉੱਤੇ। ਜੇ ਆਪਾਂ ਵੋਟ ਦੇਵਾਂਗੇ ਹੀ ਕਿਸੇ ਨੂੰ ਤਾਂ ਮਤਲਬ ਦੇਖਾਂਗੇ ਉਹ ਕਿੱਦਾਂ ਦਾ ਬੰਦਾ, ਇਹ ਨਹੀਂ ਦੇਖਾਂਗੇ ਆਪਾਂ, ਮਤਲਬ ਦੇਖਾਂਗੇ ਮਤਲਬ ਉਹ ਸਾਡੇ ਲਈ ਕੀ ਕੰਮ ਕਰਦਾ। ਆਪਾਂ ਇਹ ਨਹੀਂ ਦੇਖਾਂਗੇ ਉਹ ਕਿੱਦਾਂ ਦਾ ਨਹੀਂ। ਆਪਾਂ ਇਹ ਦੇਖਾਂਗੇ ਜੇ ਚੰਗੇ ਕੰਮ ਸਾਡੇ ਲਈ ਕਰਦਾ ਜਾਂ ਨਹੀਂ। ਇਹ ਚੀਜ਼ਾਂ ਇਸ ਲਈ ਆਪਾਂ ਵੋਟ ਦਿੰਦੇ ਹਾਂ, ਮਤਲਬ ਸਾਡਾ ਫਿਊਚਰ ਪਰ ਡਿਪੈਂਡ ਕਰਦਾ ਵੋਟਾਂ 'ਤੇ। ਤੇ ਵੋਟ ਪਾਉਣ ਜਾਓਗੇ ਕੀ ਜ਼ਿਹਨ ਦੇ ਵਿੱਚ ਲੈ ਕੇ ਜਾਓਗੇ, ਕੀ ਸੋਚ ਕੇ ਵੋਟ ਪਾਓਗੇ? ਸੋਚੀ ਆਪਾਂ ਇਹ ਵੋਟ ਦੇਵਾਂਗੇ ਸਾਡੇ ਲਈ ਚੰਗਾ ਕੰਮ ਕਰੂਗਾ, ਇਹ ਸਾਡੇ ਲਈ ਵਧੀਆ ਹੋਊ, ਸਾਡੇ ਦੁੱਖ ਸਾਂਝੇ ਕਰੂਗਾ, ਮਤਲਬ ਇਸ ਲਈ ਆਪਾਂ ਵੋਟ ਪਾਉਂਦੇ ਹਾਂ। ਵਿਦਿਆਰਥੀ ਜਿਹੜੇ ਹੈ ਦੇਸ਼ ਦੀ ਸਰਕਾਰ ਤੋਂ ਉਮੀਦਾਂ ਰੱਖ ਰਹੇ ਨੇ ਕਿ ਅਜਿਹੀ ਸਰਕਾਰ ਹੈ ਜਿਹੜਾ ਉਹਨਾਂ ਦੇ ਵਾਸਤੇ ਸੋਚੇ, ਖਾਸ ਤੌਰ 'ਤੇ ਬੇਰੁਜ਼ਗਾਰੀ ਜਾਂ ਜਿਹੜੇ ਹੋਰ ਮਸਲੇ ਹੈਗੇ ਉਹਨਾਂ ਦਾ ਹੱਲ ਕੀਤਾ ਜਾਵੇ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜਿਹੜੀਆਂ ਵੋਟਾਂ ਹੋਣ ਵਾਸਤੇ ਜਾ ਰਹੀਆਂ ਨੇ, 19 ਮਈ ਨੂੰ ਵੋਟਾਂ ਹੋਣੀਆਂ ਨੇ, ਤੁਹਾਨੂੰ ਪੋਲੀਟੀਕਲ ਪਾਰਟੀਆਂ ਦੇ ਵਿੱਚ ਦਿਲਚਸਪੀ ਹੈ ਕੋਈ, ਜਾਂ ਜਿਹੜੀ ਸਿਆਸਤ ਇਸ ਵਕਤ ਦੇਸ਼ ਦੇ ਵਿੱਚ ਸਰਗਰਮ ਹੈ? ਮੈਨੂੰ ਇੰਨਾ ਦਿਲਚਸਪੀ ਹੈ ਨਹੀਂ ਇਹਨਾਂ ਵਿਚਕਾਰ, ਪਰ ਫਿਰ ਵੀ ਸਰਕਾਰ ਇੱਦਾਂ ਦੀ ਹੋਵੇ ਜਿਹੜੇ ਬੱਚਿਆਂ ਲਈ ਭਵਿੱਖ ਲਈ ਕੁਝ ਕੰਮ ਕਰੇ। ਹੁਣ ਕੀ ਖਾਮੀਆਂ ਨੇ, ਹੁਣ ਕੀ ਤੁਹਾਨੂੰ ਲੱਗਦਾ ਕਮੀਆਂ ਹੈਗੀਆਂ ਨੇ ਇਸ ਵਕਤ ਜਿਹੜਾ ਤੁਸੀਂ ਕਹਿੰਦੇ ਸਿੱਖਿਆ ਦਾ ਸੁਧਾਰ ਹੋਵੇ? ਕਿਉਂਕਿ ਸਿੱਖਿਆ ਹੁੰਦੀ ਹੈ ਜਿਹੜੀ ਸਰਕਾਰੀ ਸਕੂਲਾਂ ਵਿੱਚ ਤਾਂ ਸਿੱਖਿਆ ਬਹੁਤ ਵਧੀਆ ਹੈਗੀ ਹੈ, ਪਰ ਮੈਂ ਚਾਹੁੰਦਾ ਕਿ ਬੱਚੇ ਲਈ ਹੋਰ ਫੈਸਿਲਿਟੀਜ਼ ਹੋਣ ਪੜ੍ਹਾਈ ਲਈ, ਅਤੇ ਬੱਚੇ ਨੂੰ ਅੱਗੇ ਜਾ ਕੇ ਵੀ ਕਈ ਮੌਕੇ ਦਿੱਤੇ ਜਾਣ, ਕਿਉਂਕਿ ਇੱਦਾਂ ਦੇ ਬੱਚੇ ਬਥੇਰੇ ਇੱਦਾਂ ਦੇ ਕੋਰਸਿਸ ਹੈਗੇ ਨੇ ਜਿਨ੍ਹਾਂ ਵਿੱਚ ਬੱਚਾ ਪੜ੍ਹ ਕੇ ਉਹਨੂੰ ਸੋਚ ਨਹੀਂ ਸਕਦਾ ਕਿ ਬੱਚਾ ਕੀ ਕਰੇ ਅੱਗੇ ਜਾ ਕੇ। ਅਤੇ ਬੱਚਿਆਂ ਨੂੰ ਕੁਛ ਇੱਦਾਂ ਦੇ ਸਕੋਪ ਦੇਣੇ ਚਾਹੀਦੇ ਕਿ ਬੱਚਾ ਅੱਗੇ ਪੜ੍ਹ ਕੇ ਆਪਣਾ ਕੁਝ ਸੋਚ ਸਕੇ ਕਿ ਮੈਂ ਕੀ ਕਰਾਂ ਅੱਗੇ ਜਾ ਕੇ। ਅਤੇ ਜਿਹੜੀ ਤੁਹਾਨੂੰ ਪਤਾ ਵੀ ਜਿਹੜੀਆਂ ਵੋਟਾਂ ਹੋਣੀਆਂ ਨੇ ਇਹਨਾਂ ਨੇ ਇੱਕ ਅਜਿਹੀ ਸਰਕਾਰ ਬਣਾਉਣੀ ਹੈ ਜਿਸ ਨੇ ਦੇਸ਼ ਦਾ ਭਵਿੱਖ ਤੈਅ ਕਰਨਾ। ਕਿਵੇਂ ਦੀ ਸਰਕਾਰ ਹੋਵੇ? ਸਰਕਾਰ ਇੱਦਾਂ ਦੀ ਹੋਵੇ ਜਿਹੜੇ ਪਹਿਲਾਂ ਤਾਂ ਆਪਣੇ ਬਾਰੇ ਨਾ ਸੋਚੇ, ਬੱਚਿਆਂ ਦੇ ਭਵਿੱਖ ਬਾਰੇ ਸੋਚੇ ਕਿ ਅਸੀਂ ਬੱਚਿਆਂ ਦਾ ਭਵਿੱਖ ਕਿੱਦਾਂ ਸੁਧਾਰੀਏ, ਕਿਉਂਕਿ ਜੇਕਰ ਬੱਚਿਆਂ ਦਾ ਭਵਿੱਖ ਸੋਹਣਾ ਹੋਊਗਾ ਤਾਂ ਸਾਡੇ ਦੇਸ਼ ਦੀ ਤਰੱਕੀ ਵੀ ਹੋਵੇਗੀ। ਇਸ ਲਈ ਮੈਂ ਚਾਹੁੰਦਾ ਕਿ ਸਰਕਾਰ ਅਜਿਹੀ ਹੋਵੇ ਕਿ ਬਹੁਤ ਸੱਚੀ ਚੰਗੀ ਸਰਕਾਰ ਹੋਵੇ ਉਹ। ਠੀਕ ਹੈ। ਸੋ ਇਹੀ ਬੱਚਿਆਂ ਦੇ ਜਾਂ ਜਿਹੜੇ ਵਿਦਿਆਰਥੀ ਹੈਗੇ ਨੇ ਇਹਨਾਂ ਦੇ ਮਨ ਵਿੱਚ ਇਹ ਕਿ ਅਜਿਹੀ ਸਰਕਾਰ ਹੋਵੇ ਜਿਹੜੀ ਬੱਚਿਆਂ ਦੇ ਵਾਸਤੇ ਸੋਚੇ, ਖਾਸ ਤੌਰ 'ਤੇ ਨੌਜਵਾਨਾਂ ਦੇ ਵਾਸਤੇ, ਕਿਉਂਕਿ ਇਸ ਵਕਤ ਜਿਹੜੀ ਦੇਸ਼ ਦੀ ਨੌਜਵਾਨੀ ਆ ਭਵਿੱਖ ਨੂੰ ਲੈ ਕੇ ਕਾਫੀ ਚਿੰਤਤ ਹੈਗੀ ਆ। ਕੁਝ ਹੋਰ ਵਿਦਿਆਰਥੀ ਇੱਥੇ ਮੌਜੂਦ ਹੈਗੇ ਨੇ। ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੀ ਸੋਚਦੇ ਹੋ ਮਨ ਦੇ ਵਿੱਚ ਜਦੋਂ ਵੋਟਾਂ ਦਾ ਜ਼ਿਕਰ ਆਉਂਦਾ ਜਾਂ ਸਰਕਾਰਾਂ ਦਾ ਜ਼ਿਕਰ ਆਉਂਦਾ ਕਿ ਸਰਕਾਰ ਬਣਨ ਵਾਸਤੇ ਜਾ ਰਹੀ ਹੈ, ਕੀ ਸੋਚ ਕੇ ਵੋਟ ਪਾਉਣ ਵਾਸਤੇ? ਅਸੀਂ ਵੋਟ ਜਦੋਂ ਪਾਉਣ ਜਾਂਦੇ ਆ, ਬਸ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਜਿਸ ਨੂੰ ਆਪਾਂ ਵੋਟ ਪਾ ਰਹੇ ਉਹ ਕਿਸ ਕਾਸਟ ਦਾ ਜਾਂ ਕਿੱਦਾਂ ਦਾ ਬਿਲੋਂਗ ਕਰਦਾ। ਉਹ ਆਪਾਂ ਸੋਚਣਾ ਚਾਹੀਦਾ ਕਿ ਉਹ ਸਾਡੇ ਭਵਿੱਖ ਲਈ ਕੀ ਕਰ ਸਕਦਾ ਹੈ। ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਜਿਸ ਨੂੰ ਆਪਾਂ ਵੋਟ ਪਾ ਕੇ ਜਿਤਾਵਾਂਗੇ ਉਹ ਸਾਡੇ ਲਈ ਹਿੱਤ ਲਈ ਖੜੇਗਾ ਕਿ ਨਹੀਂ ਖੜੇਗਾ, ਕਿਉਂਕਿ ਅੱਜ ਕੱਲ੍ਹ ਮੋਸਟਲੀ ਸਾਰੇ ਬਾਹਰ ਜਾਣ ਦੀ ਸੋਚਦੇ ਆ +2 ਤੋਂ ਬਾਅਦ। ਹੱਦ ਕਿ ਮੈਂ ਵੀ ਇਹੀ ਸੋਚ ਰਿਹਾ ਕਿ ਮੈਂ +2 ਤੋਂ ਬਾਅਦ ਬਾਹਰ ਚੱਲ ਜਾ। ਕੀ ਕਾਰਨ ਕੀ ਇਹਦੇ ਪਿੱਛੇ? ਕੀ ਇੱਕ ਲੋਕ ਦਿਖਾਵਾ ਜਾਂ ਇੱਕ ਦੂਜੇ ਦੀ ਅਸੀਂ ਰੀਸ ਕਰ ਰਹੇ ਹਾਂ ਕਿ ਗੁਆਂਢੀ ਬਾਹਰ ਚਲ ਗਿਆ ਮੈਂ ਵੀ ਜਾਣਾ? ਨਹੀਂ, ਕਿਉਂਕਿ ਬੱਚਾ ਇਸ ਟਾਈਮ ਪੜ੍ਹ ਕੇ ਜਿੰਨੀਆਂ ਮਰਜ਼ੀ ਮੈਟ੍ਰਿਕ ਕਰ ਲਵੇ, ਜੋ ਮਰਜ਼ੀ ਕਰ ਲਵੇ, ਜਿੰਨਾ ਮਰਜ਼ੀ ਅੱਗੇ ਤੱਕ
ਡਿਪਲੋਮਾ ਕਰ ਲਵੇ, ਜੋ ਮਰਜ਼ੀ ਕਰ ਲਵੇ, ਬਟ ਉਹਨੂੰ ਕੋਈ ਰੋਜ਼ਗਾਰ ਨਹੀਂ ਮਿਲ ਰਿਹਾ, ਕਿਤੇ ਨੌਕਰੀ ਨਹੀਂ ਮਿਲ ਰਹੀ, ਸਰ ਪਾਸੇ ਧੱਕੇ ਕਰ ਰਹੇ ਉਹ ਆਪਣੀਆਂ ਫਾਈਲਸ ਚੱਕ ਕੇ। ਇਸ ਕਰਕੇ ਸਾਰੇ ਇਹੀ ਚਾਹੁੰਦੇ ਆ ਕਿ ਅਸੀਂ ਬਾਹਰ ਚਲ ਜਾਈਏ, ਕਿਉਂਕਿ ਬਾਹਰ ਮੋਸਟਲੀ ਇੱਥੋਂ ਨਾਲੋਂ ਤਾਂ ਕਾਫੀ ਰੋਜ਼ਗਾਰ ਹੈ, ਜਿਸ ਕਰਕੇ ਸਾਰੇ ਬਾਹਰ ਜਾਣ ਦੀ ਕੋਸ਼ਿਸ਼ ਕਰਦੇ। ਮਤਲਬ ਸਰਕਾਰ ਦੀਆਂ ਜਿਹੜੀਆਂ ਪਾਲਿਸੀਜ਼ ਹੈਗੇ ਨੇ ਰੋਜ਼ਗਾਰ ਨੂੰ ਲੈ ਕੇ ਠੀਕ ਨਹੀਂ ਹੈਗੀਆਂ। ਠੀਕ ਆਪਾਂ ਕਹਿ ਸਕਦੇ ਹਾਂ ਕਿ ਠੀਕ ਨਹੀਂ ਹੈਗੀਆਂ, ਕਿਉਂਕਿ ਜ਼ਿਆਦਾਤਰ ਆਪਣੇ ਢਿੱਡ 'ਚ ਹੀ ਭਰਦੇ ਨੇ ਸਰਕਾਰੀ ਨੌਕਰੀਆਂ। ਕੋਈ ਇੱਦਾਂ ਜ਼ਰੂਰੀ ਨਹੀਂ ਕਿ ਇਹ ਦੇਖ ਕੇ ਦਿੰਦੇ ਆ ਕਿ ਉਹਦੇ ਨੰਬਰ ਮਾਰਕਸ ਵਧੀਆ ਆਏ ਆ ਜਾਂ ਵਾਕਈ ਉਹ ਇਹਦੇ ਅਹਿਮੀਅਤ ਰੱਖਦਾ ਹੈ ਇਸ ਸਰਕਾਰੀ ਨੌਕਰੀ ਲਈ। ਉਹ ਬਸ ਇਹ ਸੋਚਦੇ ਆ ਕਿ ਉਹਦੇ ਪਿੱਛੇ ਸਪੋਰਟ ਕਿਹਦੀ ਆ ਜਾਂ ਕਿਸ ਦਾ ਉਹਦੇ ਹੱਥ ਆ, ਇਸ ਕਰਕੇ ਉਹਨੂੰ ਸਰਕਾਰੀ ਨੌਕਰੀ ਮਿਲਦੀ ਆ। ਉਹਦੇ ਹੁਨਰ ਤੋਂ ਨਹੀਂ ਉਹਨੂੰ ਸਰਕਾਰੀ ਨੌਕਰੀ ਮਿਲਦੀ। ਅੱਛਾ, ਤੁਸੀਂ ਬੈਠ ਜਾਓ, ਕੋਈ ਨਹੀਂ। ਤੁਸੀਂ ਮੈਨੂੰ ਦੱਸਿਓ ਇੱਕ ਚੀਜ਼ ਕਿ ਅਸੀਂ ਚੋਣਾਂ ਦਾ ਜ਼ਿਕਰ ਕਰ ਰਹੇ ਹਾਂ, ਵੋਟਾਂ ਦਾ ਜ਼ਿਕਰ ਕਰ ਰਹੇ ਹਾਂ। ਤੁਹਾਨੂੰ ਪਤਾ ਇਸ ਵਕਤ ਕਿਹੜੇ ਲੀਡਰ ਕਿਹੜੇ ਪਾਰਟੀਆਂ ਦੇ ਜਿਹੜੇ ਚਰਚਿਤ ਜਿਹੜੇ ਚਿਹਰੇ ਮੈਦਾਨ ਦੇ ਵਿੱਚ ਹੈਗੇ ਨੇ, ਜਾਂ ਪੰਜਾਬ ਦੇ ਜਾਂ ਨੈਸ਼ਨਲ ਲੈਵਲ ਦੇ ਕੁਝ ਲੀਡਰਾਂ ਦੇ ਨਾਮ? ਮੋਦੀ ਸਾਹਿਬ ਨੇ, ਰਾਹੁਲ ਗਾਂਧੀ ਆ, ਤੇ ਬਸ ਮੈਨੂੰ ਇਹਨਾਂ ਦੋਨਾਂ ਦਾ ਪਤਾ ਹੈ ਜੀ, ਬਾਕੀ ਤਾਂ ਮੈਨੂੰ ਨਹੀਂ ਪਤਾ। ਅੱਛਾ, ਜਲੰਧਰ ਦੇ ਵਿੱਚ ਅਸੀਂ ਖੜੇ ਹੈਗੇ ਹਾਂ। ਜਲੰਧਰ ਲੋਕ ਸਭਾ ਦੀ ਜਿਹੜੀ ਸੀਟ ਹੈ, ਇੱਥੋਂ ਪਤਾ ਕਿਹੜੇ ਉਮੀਦਵਾਰ ਹੈਗੇ? ਇੱਥੋਂ ਜੀ ਨਹੀਂ ਜੀ, ਮੈਨੂੰ ਨਹੀਂ ਪਤਾ ਜੀ। ਕੈਸੀ ਤਰਾਸਦੀ ਹੈ ਸਾਡੀ ਕਿ ਸਿਆਸਤ ਦੇ ਵਿੱਚ ਨੌਜਵਾਨ ਵੋਟ ਤਾਂ ਜ਼ਰੂਰ ਬਣਾਈਆਂ, ਵੋਟ ਪਾਉਣਗੇ ਵੀ, ਪਰ ਕਿੰਨੀ ਕੁ ਰੁਚੀ ਹੈ ਇਹ ਤੁਹਾਡੇ ਸਾਹਮਣੇ ਖੁਦ ਤੁਸੀਂ ਸੁਣਿਆ। ਬੱਚਿਆਂ ਦੀ ਜਵਾਨੀ ਕਿਤੇ ਨਾ ਕਿਤੇ ਇਹ ਜਿਹੜਾ ਸਿਸਟਮ ਹੈ ਉਹ ਜ਼ਰੂਰ ਸਵਾਲ ਉਸ 'ਤੇ ਖੜੇ ਹੁੰਦੇ ਨੇ ਕਿ ਕਿਉਂ ਜਿਹੜੇ ਸਾਡੇ ਵਿਦਿਆਰਥੀ ਹੈਗੇ ਨੇ, ਜਿਨ੍ਹਾਂ ਨੇ ਭਵਿੱਖ ਸੰਵਾਰਨਾ, ਜਿਨ੍ਹਾਂ ਨੇ ਭਵਿੱਖ ਅੱਗੇ ਜਾ ਕੇ ਦੇਸ਼ ਦਾ ਬਣਨਾ, ਕਿੰਨੀ ਕੁ ਉਹਨਾਂ ਦੀ ਰੁਚੀ ਹੈ ਸਿਆਸਤ ਦੇ ਪ੍ਰਤੀ, ਜਾਂ ਜਿਹੜਾ ਦੇਸ਼ ਦਾ ਸਿਸਟਮ ਹੈ ਉਸ ਦੇ ਬਾਰੇ 'ਚ ਕੀ ਕੁਝ ਸੋਚ ਰਹੇ ਹੈਗੇ ਨੇ। ਫਿਲਹਾਲ ਇੱਥੇ ਇੱਕ ਰੁਕਦੇ ਹਾਂ ਛੋਟੇ ਜਿਹੇ ਬ੍ਰੇਕ ਦੇ ਵਾਸਤੇ। ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਵਾਂਗੇ। ਇੱਕ ਵਾਰ ਫਿਰ ਸਵਾਗਤ ਹੈ। ਬ੍ਰੇਕ ਤੋਂ ਬਾਅਦ ਚਰਚਾ ਸ਼ੁਰੂ ਕਰਦੇ ਹਾਂ। ਸਕੂਲ ਦੇ ਵਿੱਚ ਖੜੇ ਹਾਂ, ਵਿਦਿਆਰਥੀਆਂ ਨਾਲ ਗੱਲਬਾਤ ਕਰ ਰਹੇ ਹਾਂ, ਕਿਉਂਕਿ ਅਕਸਰ ਜਦੋਂ ਪ੍ਰਧਾਨ ਮੰਤਰੀ ਤੋਂ ਲੈ ਕੇ ਸਾਰੇ ਲੀਡਰ ਬੱਚਿਆਂ ਦੇ ਰੂਬਰੂ ਹੁੰਦੇ ਨੇ, ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਕਈ ਤਰ੍ਹਾਂ ਦੇ ਦਾਅਵੇ, ਕਈ ਤਰ੍ਹਾਂ ਦੇ ਐਲਾਨ, ਕਈ ਤਰ੍ਹਾਂ ਦੇ ਉਹਨਾਂ ਨਾਲ ਵਾਅਦੇ ਕੀਤੇ ਜਾਂਦੇ ਨੇ, ਪਰ ਅਸਲੀਅਤ ਅਸੀਂ ਜਾਣਨ ਦੇ ਵਾਸਤੇ ਪਹੁੰਚੇ ਹਾਂ ਕਿ ਸਿਆਸਤ ਨੂੰ ਲੈ ਕੇ ਔਰ ਜਿਹੜਾ ਇਸ ਵਕਤ ਚੋਣਾਂ ਦਾ ਮਾਹੌਲ ਹੈ, ਵਿਦਿਆਰਥੀ ਕੀ ਸੋਚਦੇ ਹੈਗੇ ਨੇ। ਖਾਸ ਤੌਰ ਤੇ ਉਹ ਵਿਦਿਆਰਥੀ ਜਿਹੜੇ ਸਕੂਲਾਂ ਦੇ ਵਿੱਚ ਮੌਜੂਦ ਨੇ, ਕਿਉਂਕਿ ਇਹਨਾਂ ਨੇ ਅੱਗੇ ਜਾ ਕੇ ਜਦ ਕਾਲਜਾਂ ਦੇ ਵਿੱਚ ਜਾਣਾ, ਫਿਰ ਕਾਲਜਾਂ 'ਚੋਂ ਜਿਹੜੇ ਲੀਡਰ ਨਿਕਲਣੇ, ਜਾਂ ਫਿਰ ਅੱਗੇ ਜਾ ਕੇ ਇਹਨਾਂ ਨੇ ਮੁਲਕ ਦੀ ਵਾਗਡੋਰ ਸੰਭਾਲਣ ਦੇ ਕਾਬਿਲ ਬਣਨਾ। ਪਰ ਮੌਜੂਦਾ ਸਮੇਂ ਦੇ ਵਿੱਚ ਇਹ ਕੀ ਕੁਝ ਸੋਚਦੇ ਹੈਗੇ ਨੇ ਆਪਣੇ ਭਵਿੱਖ ਨੂੰ ਲੈ ਕੇ, ਸਿਆਸਤ ਨੂੰ ਲੈ ਕੇ, ਜਾਂ ਜਿਹੜੀਆਂ ਹੋਰ ਗੱਲਾਂ ਦੇਸ਼ ਨਾਲ ਜੁੜੀਆਂ ਹੋਈਆਂ ਹੈਗੀਆਂ ਨੇ। ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਜਿਹੜਾ ਜਦੋਂ ਅਸੀਂ ਸਿਆਸਤ ਦੀ ਗੱਲ ਕਰਦੇ ਹਾਂ, ਜਿਵੇਂ ਮੈਂ ਵਾਰ-ਵਾਰ ਤੁਹਾਡੇ ਸਾਥੀਆਂ ਤੋਂ ਪੁੱਛ ਰਿਹਾ ਕਿ ਤੁਸੀਂ ਚਰਚਾ ਕਰਦੇ ਹੋ, ਆਲੋਚਨਾ ਕਰਦੇ ਹੋ ਜਾਂ ਤਾਰੀਫਾਂ ਕਰਦੇ ਹੋ, ਤੁਹਾਡੇ ਮੁਤਾਬਕ ਇਸ ਵਕਤ ਕਿੱਦਾਂ ਦੀ ਸਿਆਸਤ ਤੁਸੀਂ ਜਿਹੜੀ ਹੈਗੀ ਹੈ, ਜਾਂ ਕਿੱਦਾਂ ਦੀ ਸਰਕਾਰ ਆਉਣ ਵਾਲੇ ਟਾਈਮ ਦੇ ਵਿੱਚ ਚਾਹੁੰਦੇ ਹੈਗੇ ਹੋ, ਜਿਹੜਾ ਵਿਦਿਆਰਥੀਆਂ ਦਾ ਕੁਝ ਸਵਾਰੇ? ਦੇਖੋ, ਸਭ ਤੋਂ ਪਹਿਲੀ ਗੱਲ ਇਹ ਹੈ ਕਿ ਸਰਕਾਰ ਹਰ ਸਾਲ ਆਉਂਦੀਆਂ, ਠੀਕ ਹੈ ਨਾ, ਤੇ ਆਪਣੀ ਵੱਖਰੀ ਗੱਲਾਂ ਵੀ ਲੈ ਕੇ ਆਉਂਦੀਆਂ, ਤੇ ਉਹਦੇ ਉੱਤੇ ਆਪਣਾ ਐਕਸ਼ਨ ਨਹੀਂ ਲੈਂਦੀਆਂ। ਕਿਉਂਕਿ ਅੱਜ ਦੇਖੋ ਲੋਕਾਂ ਨੂੰ ਕਹਿੰਦੇ ਸਰਕਾਰ ਕਿ ਸਰਕਾਰੀ ਨੌਕਰੀਆਂ ਤੁਹਾਨੂੰ ਪ੍ਰੋਵਾਈਡਸ ਕਰਾਂਗੇ, ਬਟ ਹਰ ਸਾਲ ਸਰਕਾਰੀ ਨੌਕਰੀਆਂ ਘੱਟਦੀ ਜਾ ਰਹੀ ਹੈ, ਲੋਕ ਬੇਰੁਜ਼ਗਾਰ ਹੁੰਦੇ ਜਾ ਰਹੇ ਹੈ, ਠੀਕ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰੀਏ, ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਭੁੱਖ ਹੈਗੀ ਹੈ ਜੀ, ਲੋਕ ਬੇਰੁਜ਼ਗਾਰ ਹੋ ਰਹੇ, ਮਰ ਰਹੇ ਆ ਭੁੱਖ ਨਾਲ, ਠੀਕ ਹੈ। ਉਹਨਾਂ ਨੂੰ ਘਟਾਉਣੀ ਚਾਹੀਦੀ ਵੱਧ ਤੋਂ ਵੱਧ। ਤੇ ਵੋਟ ਜਦੋਂ ਤੁਸੀਂ ਪਾਉਣ ਵਾਸਤੇ ਜਾਂਦੇ ਹੋ ਜਾਂ ਜਾਓਗੇ, ਕੀ ਕੁਝ ਜ਼ਿਹਨ ਦੇ ਵਿੱਚ ਆਉਂਦਾ, ਕੀ ਕੁਝ ਸੋਚ ਕੇ ਜਾਓਗੇ ਵੋਟ ਪਾਉਣ ਵਾਸਤੇ? ਵੋਟ ਪਾਉਣ ਵਾਸਤੇ ਆਪਾਂ ਜਾਣਦੇ ਆ ਤੇ ਇਹ ਸੋਚ ਕੇ ਜਾਣਾ ਚਾਹੀਦਾ ਕਿ ਸਾਨੂੰ ਵੋਟ, ਦੇਖੋ ਪਹਿਲੀ ਡਿਪੈਂਡ ਕਰਦਾ ਸਰਕਾਰ ਉੱਤੇ, ਸਰਕਾਰ ਕੀ ਕਰਦੇ ਆ, ਜਦੋਂ ਜਿੱਤਦੇ ਆ ਉਹਦੇ ਉੱਤੇ ਡਿਪੈਂਡ ਕਰਦਾ ਉਹ ਕੀ ਕਰਨਾ, ਕੀ ਐਕਸ਼ਨ ਲੈਣਾ, ਕੀ ਐਕਸ਼ਨ ਨਹੀਂ ਲੈਣਾ, ਠੀਕ ਹੈ ਨਾ। ਸਾਡੀ ਸੋਚ ਇਹ ਆ, ਜਿਹਨੂੰ ਪਾਉਣਾ ਤੁਸੀਂ ਪਾ ਦਿਓ ਵੋਟ, ਬਾਅਦ 'ਚ ਦੇਖੀ ਜਾਊਗੀ ਸਰਕਾਰ ਕੀ ਉੱਤੇ ਐਕਸ਼ਨ ਲੈਂਦਾ, ਕੀ ਨਹੀਂ ਲੈਣਾ ਉਹਨਾਂ ਨੇ। ਅੱਛਾ, ਕੁਝ ਹੋਰ ਨੌਜਵਾਨ ਮੇਰੇ ਨਾਲ ਇੱਥੇ ਹੈਗੇ ਨੇ। ਤੁਸੀਂ ਕੀ ਸੋਚਦੇ ਹੋ, ਤੁਹਾਡੇ ਵਾਸਤੇ ਕੀ ਅਹਿਮੀਅਤ ਹੈ ਵੋਟ ਦੀ, ਜਾਂ ਵੋਟ ਪਾਉਣ ਵਾਸਤੇ ਜਦੋਂ ਜਾਓਗੇ ਤਾਂ ਕੀ ਕੁਝ ਸੋਚ ਕੇ ਜਾਓਗੇ? ਕਿੱਦਾਂ ਦੀ ਸ਼ਖਸੀਅਤ, ਜਾਂ ਕਿਸੇ ਪਾਰਟੀ ਨੂੰ ਵੇਖ ਕੇ ਵੋਟ ਪਾਉਂਦੇ ਹੋ, ਜਾਂ ਕਿਸੇ ਸ਼ਖਸੀਅਤ ਨੂੰ ਵੇਖ ਕੇ? ਜੀ, ਅੱਜ ਕੱਲ੍ਹ ਦੇ ਜਿਹੜਾ ਮਾਹੌਲ ਹੈ ਇਸ ਵਿੱਚ ਪਾਰਟੀ ਨੂੰ ਦੇਖ ਕੇ ਵੋਟ ਪਾਉਣਾ ਨਹੀਂ ਚਾਹੀਦਾ, ਕਿਉਂਕਿ ਜੇ ਅਸੀਂ ਪਾਰਟੀ ਨੂੰ ਦੇਖ ਕੇ ਵੋਟ ਪਾਉਂਦੇ ਹਾਂ ਤਾਂ ਫਿਰ ਕਈ ਗਲਤ ਬੰਦਿਆਂ ਦੇ ਹੱਥਾਂ 'ਚ ਵੋਟ ਚੱਲ ਜਾਂਦੀ ਹੈ। ਅਤੇ ਸਾਨੂੰ ਜਿਹੜੇ ਵੀ ਉਮੀਦਵਾਰ ਖੜ੍ਹੇ ਹੁੰਦੇ ਆ, ਉਹਨਾਂ ਦੀਆਂ ਸ਼ਖਸੀਅਤ ਦੇਖ ਕੇ, ਜਾਂ ਉਹ ਕੀ ਕੰਮ ਕਰ ਸਕਦੇ ਨੇ ਨੌਜਵਾਨ ਪੀੜ੍ਹੀ ਵਾਸਤੇ ਜਾਂ ਕਿਸਾਨਾਂ ਵਾਸਤੇ। ਕਿਸਾਨ ਵੀ ਅੱਜ ਕੱਲ੍ਹ ਸੁੱਤੇ ਨਾਲੀਆਂ ਲੋਨ ਦੇ ਤਰਜੇ ਹੇਠਾਂ ਦੱਬ ਤੇ ਬੜੇ ਫਾਂਸੀਆਂ ਲੈ ਰਹੇ ਨੇ, ਮਰ ਰਹੇ ਨੇ। ਅਤੇ ਸਾਡੀ ਜਿਹੜੀ ਵਿੱਦਿਆ ਨੇ, ਐਜੂਕੇਸ਼ਨ ਵਾਸਤੇ ਵੀ ਕਈ ਕੰਮ ਕਰਨੇ ਚਾਹੀਦੇ ਨੇ, ਕਿਉਂਕਿ ਜੇਕਰ ਅਸੀਂ +2 ਤੱਕ ਵੀ ਐਜੂਕੇਸ਼ਨ ਲੈਂਦੇ ਹਾਂ ਤਾਂ ਕੋਈ ਇਹੋ ਜਿਹਾ ਸੋਮਾ ਨਹੀਂ ਬਣਦਾ ਕਿ ਅਸੀਂ ਸਿੱਧਾ ਜਾ ਕੇ ਕੋਈ ਕੰਮ ਕਰ ਸਕੀਏ। +2 ਤੱਕ ਹੀ ਕੋਈ ਇਹੋ ਜਿਹੇ ਤਰੀਕੇ ਕਰਨੇ ਚਾਹੀਦੇ ਹਨ ਕਿ +2 ਤੱਕ ਜਿਹੜਾ ਬੰਦਾ ਪੜ੍ਹਦਾ ਉਹਨੂੰ ਵੀ ਕੋਈ ਨਾ ਕੋਈ ਰੋਜ਼ਗਾਰ ਸਿੱਖਿਆ ਜਾ ਸਕੇ। ਹਾਂਜੀ, ਅਤੇ ਕਿਸਾਨਾਂ ਲਈ ਵੀ
ਸਰਕਾਰ ਕਾਫੀ ਵਾਅਦੇ ਕਰਦੀ ਆ ਕਿ ਲੋਨ ਮਾਫ ਕੀਤੇ ਜਾਂਦੇ, ਪਰ ਲੋਨ ਮਾਫ ਕਰਨ ਤੋਂ ਇਲਾਵਾ ਉਹਨਾਂ ਨੂੰ ਇਹ ਕਰਨਾ ਚਾਹੀਦਾ ਹੈ ਕਿ ਉਹਨਾਂ ਨੂੰ ਲੋਨ ਲੈਣ ਦੀ ਲੋੜ ਹੀ ਨਾ ਪਵੇ। ਸੋ ਜਿਵੇਂ ਇਸ ਵਿਦਿਆਰਥੀ ਨੇ ਜ਼ਿਕਰ ਕੀਤਾ, ਸਰਕਾਰਾਂ ਦੇ ਵੱਲੋਂ ਜਦੋਂ ਚੋਣ ਮੈਨੀਫੈਸਟੋ ਬਣਾਏ ਜਾਂਦੇ ਨੇ ਜਾਂ ਵੱਖ-ਵੱਖ ਪਾਰਟੀਆਂ ਦੇ ਵੱਲੋਂ ਇਹਨਾਂ ਗੱਲਾਂ ਤੇ ਬੜਾ ਜ਼ੋਰ ਦਿੱਤਾ ਜਾਂਦਾ ਕਿ ਅਸੀਂ ਕਿਸਾਨਾਂ ਦੇ ਵਾਸਤੇ, ਜਵਾਨਾਂ ਦੇ ਵਾਸਤੇ, ਵਿਦਿਆਰਥੀਆਂ ਦੇ ਵਾਸਤੇ ਆ ਕੁਝ ਕਰਾਂਗੇ, ਪਰ ਅਸਲੀਅਤ ਜਿਹੜੀ ਹੈਗੀ ਹੈ ਉਹ ਤੁਹਾਡੇ ਸਭ ਦੇ ਸਾਹਮਣੇ। ਔਰ ਇਹੀ ਗੱਲਾਂ ਅਸੀਂ ਜਾਂਚਣ ਦੇ ਵਾਸਤੇ, ਇਹੀ ਗੱਲਾਂ ਕਰਨ ਦੇ ਵਾਸਤੇ ਕੀ ਕੁਝ ਸੋਚਦੇ ਨੇ ਵਿਦਿਆਰਥੀ ਜਾਣਨ ਦੇ ਵਾਸਤੇ ਲਗਾਤਾਰ ਗੱਲਬਾਤ ਕਰ ਰਹੇ ਹਾਂ। ਕੁਝ ਹੋਰ ਵਿਦਿਆਰਥੀ ਇੱਥੇ ਮੌਜੂਦ ਹੈਗੇ ਨੇ। ਤੁਹਾਨੂੰ ਪਤਾ ਕਿ ਇਸ ਵਕਤ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਦਾ ਮਾਹੌਲ ਹੈ। ਇਹ ਜਿਹੜੀ ਸਰਕਾਰ ਚੁਣੀ ਜਾਣੀ ਹੈ, ਇਹਨੇ ਦੇਸ਼ ਦੀ ਦਿਸ਼ਾ ਤੇ ਦਸ਼ਾ ਤੈਅ ਕਰਨੀ ਹੈ। ਕਿਵੇਂ ਦੀ ਸਰਕਾਰ ਤੁਹਾਡੇ ਮੁਤਾਬਕ ਹੋਣੀ ਚਾਹੀਦੀ ਹੈ ਜਾਂ ਕੀ ਸੋਚਦੇ ਹੋ ਤੁਸੀਂ ਇਹਨਾਂ ਚੋਣਾਂ ਨੂੰ ਲੈ ਕੇ? ਸਰ, ਜਿੱਦਾਂ ਕਿ ਮੈਂ ਦੇਖਿਆ ਪਿਛਲੇ 5-10 ਸਾਲਾਂ ਦੇ ਵਿੱਚ ਐਜੂਕੇਸ਼ਨ ਸਿਸਟਮ ਬਹੁਤ ਮਤਲਬ ਠੀਕ ਹੋਇਆ ਹੈ, ਪਰ ਮੈਨੂੰ ਲੱਗਦਾ ਹੈ ਕਿ ਐਜੂਕੇਸ਼ਨ ਸਿਸਟਮ ਜਿੰਨੀ ਦੇਰ ਤੱਕ ਹੋਰ ਜ਼ਿਆਦਾ ਠੀਕ ਨਹੀਂ ਹੋਏਗਾ ਉਨੀ ਦੇਰ ਤੱਕ ਇੰਪਲੋਇਮੈਂਟ ਨਹੀਂ ਘਟੇਗੀ। ਅਨਇੰਪਲੋਇਮੈਂਟ ਬੰਦੇ ਬਹੁਤ ਜ਼ਿਆਦਾ ਹੈਗੇ ਨੇ। ਅਸੀਂ ਇਸ ਸਭ ਦੇ ਬਾਰੇ ਵਿੱਚ ਘਰ ਦੇ ਵਿੱਚ ਜਾਂ ਸਕੂਲ ਦੇ ਵਿੱਚ ਜਾਂ ਜਦੋਂ ਦੋਸਤਾਂ ਮਿੱਤਰਾਂ ਨਾਲ ਬੈਠਦੇ ਹੋ ਚਰਚਾ ਹੁੰਦੀ ਹੈ, ਡਿਸਕਸ ਕਰਦੇ ਹੋ? ਸਰ, ਡਿਸਕਸ ਤਾਂ ਬਹੁਤ ਕਰਦੇ ਹਾਂ ਹਮੇਸ਼ਾ। ਜਿਹੜੀਆਂ ਪਿੱਛੇ ਪਾਰਟੀਆਂ ਗਈਆਂ ਹੈ ਉਹਨਾਂ ਬਾਰੇ ਡਿਸਕਸ ਹੁੰਦੀ ਹੈ, ਅੱਗੇ ਬਾਹਰ ਆਉਣ ਵਾਲੇ ਸੋਚਦੇ ਨਹੀਂ ਹੈ, ਕਿਉਂਕਿ ਸਾਰੇ ਡਰਦੇ ਹੈ ਕਿ ਜੋ ਕੋਈ ਗਲਤ ਕਰਪਟ ਪਾਰਟੀ ਆ ਗਈ ਤਾਂ ਕੀ ਹੋਏਗਾ ਆਪਣੇ ਦੇਸ਼ ਦਾ। ਹੁਣ ਜਦੋਂ ਤੁਸੀਂ ਫਸਟ ਟਾਈਮ ਵੋਟ ਪਾਉਣੀ ਹੈ, ਕੋਈ ਮਨ ਦੇ ਵਿੱਚ ਐਕਸਾਈਟਮੈਂਟ ਜਾਂ ਕੀ ਕੁਝ ਲੈ ਕੇ ਤੁਸੀਂ ਜਾਓਗੇ ਪੋਲਿੰਗ ਬੂਥ ਤੱਕ? ਸਰ, ਮੇਰੇ ਮਨ ਦੇ ਵਿੱਚ ਐਕਸਾਈਟਮੈਂਟ ਤਾਂ ਆਹੀ ਹੈ ਕਿ ਪਿਛਲੇ 5-10 ਸਾਲ ਦੇ ਵਿੱਚ ਜਿੰਨੀ ਵੀ ਤਰੱਕੀ ਹੋਈ ਉਸ ਤੋਂ ਘੱਟ 10 ਗੁਣਾ ਜ਼ਿਆਦਾ ਹੋਰ ਤਰੱਕੀ ਹੋਏਗੀ ਤਾਂ ਹੀ ਆਪਣੇ ਦੇਸ਼ ਦਾ ਭਵਿੱਖ ਵੱਧ ਸਕਦਾ ਹੈ। ਸਾਰੇ ਪੜ੍ਹਦੇ ਨੇ, ਸਾਰੇ ਬਾਹਰ ਜਾਂਦੇ ਨੇ, ਭੇਡ ਚਾਲ ਲੱਗੀ ਹੋਈ ਹੈ, ਇਸ ਚੀਜ਼ ਦਾ ਕੋਈ ਫਾਇਦਾ ਹੈ ਨਹੀਂਗਾ। ਤੁਹਾਡਾ ਤਾਂ ਨਹੀਂ ਪ੍ਰੋਗਰਾਮ ਕਿਤੇ ਬਾਹਰ? ਨਹੀਂ ਸਰ, ਮੈਂ ਤਾਂ ਆਪਣੀ ਇੰਡੀਆ ਦੇ ਵਿੱਚ ਹੀ ਕੁਝ ਕਰਾਂਗਾ। ਠੀਕ ਹੈ, ਥੈਂਕ ਯੂ। ਸੋ ਵਾਰ-ਵਾਰ ਜਿਵੇਂ ਇਹੀ ਜ਼ਿਕਰ ਹੋ ਰਿਹਾ ਹੈ ਕਿ ਜਿਹੜਾ ਭਵਿੱਖ ਨੂੰ ਲੈ ਕੇ ਅਜਿਹੀ ਸਰਕਾਰ ਆਵੇ ਜਿਹੜੀ ਨੌਜਵਾਨਾਂ ਬਾਰੇ ਸੋਚੇ, ਵਿਦਿਆਰਥੀਆਂ ਵਾਸਤੇ ਸੋਚੇ ਔਰ ਉਹਨਾਂ ਦਾ ਭਵਿੱਖ ਸੰਵਰੇ। ਇਸੇ ਗੱਲ ਨੂੰ ਲੈ ਕੇ ਜਿਹੜੇ ਵਿਦਿਆਰਥੀ ਹੈ ਉਹ ਲਗਾਤਾਰ ਚਿੰਤਤ ਹੈਗੇ ਨੇ। ਕੁਝ ਬੱਚੀਆਂ ਸਾਡੇ ਨਾਲ ਮੌਜੂਦ ਹੈਗੀਆਂ ਨੇ। ਕੀ ਨਾਮ ਹੈ ਤੁਹਾਡਾ ਔਰ ਤੁਸੀਂ ਕਿਸ ਤਰੀਕੇ ਨਾਲ ਵੇਖਦੇ ਹੋ ਜਿਹੜਾ ਪੋਲੀਟੀਕਲ ਸਿਸਟਮ ਹੈਗਾ ਜਦੋਂ ਤੁਸੀਂ ਸਿਆਸਤ ਦੀ ਗੱਲ ਹੁੰਦੀ ਹੈ ਜਾਂ ਇਲੈਕਸ਼ਨ ਦੀ ਗੱਲ ਹੁੰਦੀ ਹੈ, ਕੀ ਸੋਚਦੇ? ਮੈਂ ਆ ਸੋਚਦੀ ਹਾਂ ਕਿ ਸਿਆਸਤ ਜੋ ਸਾਡੇ ਜਿਹੜੇ ਲੀਡਰਸ ਹੈਗੇ ਆ ਉਹ ਜਿਹੜੇ ਵਾਅਦੇ ਕਰਦੇ ਹੋ ਕਿ ਉਹ ਪੂਰਾ ਕਰਨਗੇ। ਮੈਂ ਆ ਚਾਹੁੰਦੀ ਹਾਂ ਕਿ ਜਿਹਨੂੰ ਵੀ ਮੈਂ ਵੋਟ ਪਾਵਾਂ ਉਹ ਜੋ ਵਾਅਦੇ ਕਰਦੇ ਉਹ ਪੂਰੇ ਵੀ ਕਰਨ, ਬਸ ਝੂਠੇ ਵਾਅਦੇ ਨਾ ਕਰਨ। ਝੂਠੇ ਵਾਅਦੇ ਅਗਰ ਮੈਂ ਬਹੁਤ ਐਕਸਾਈਟਿਡ ਹਾਂ ਵੋਟ ਪਾਉਣ ਲਈ। ਪਹਿਲੀ ਵਾਰ ਮੈਂ ਆਸ ਕਰਦੀ ਹਾਂ ਕਿ ਮੈਂ ਜੋ ਵੀ ਵੋਟ ਪਾਊਂਗੀ ਉਹ ਡਿਵੈਲਪਮੈਂਟ ਲਈ ਬਹੁਤ ਕੰਮ ਕਰੇਗਾ, ਡਿਵੈਲਪਮੈਂਟ, ਉਹ ਰੋਜ਼ਗਾਰ ਵਧਾਏਗਾ। ਬੀਇੰਗ ਏ ਗਰਲ, ਜਦੋਂ ਕੁੜੀਆਂ ਦੀ ਗੱਲ ਆਉਂਦੀ ਹੈ, ਕੁੜੀਆਂ ਵਾਸਤੇ ਤੁਹਾਨੂੰ ਕੀ ਲੱਗਦਾ ਕਿ ਹਾਲੇ ਤੱਕ ਨਹੀਂ ਹੋਇਆ ਜਿਹੜਾ ਹੋਣਾ ਚਾਹੀਦਾ ਸਿਕਿਉਰਿਟੀ ਨੂੰ ਲੈ ਕੇ ਜਾਂ ਉਹਨਾਂ ਦੇ ਹੱਕਾਂ ਨੂੰ ਲੈ ਕੇ ਜਾਂ ਉਹਨਾਂ ਦੇ ਫਿਊਚਰ ਨੂੰ ਲੈ ਕੇ? ਕੁੜੀਆਂ ਦੇ ਲਈ ਕਹਿੰਦੇ ਤਾਂ ਹੈ ਅੱਜ ਕੱਲ੍ਹ ਦਾ ਵਕਤ ਕੁੜੀਆਂ ਅੱਜ ਕੱਲ੍ਹ ਸਿਕਿਉਰਿਟੀ ਚਾਹੁੰਦੀਆਂ ਨੇ, ਕਿਉਂਕਿ ਜਿਹੜੀ ਅੱਜ ਦੀਆਂ ਕੁੜੀਆਂ ਉਹ ਜਾਗਰੂਕ ਹੋ ਰਹੀਆਂ ਹੈ, ਮਤਲਬ ਐਜੂਕੇਸ਼ਨ 'ਚ ਵੀ ਮੁੰਡਿਆਂ ਤੋਂ ਅੱਗੇ ਨਿਕਲ ਰਹੀਆਂ ਹੈ। ਬਟ ਜਿਹੜੀ ਕੁੜੀਆਂ ਜੋ ਨਾਈਟ ਜੌਬ ਕਰਦੀਆਂ ਉਹ ਅਜੇ ਤੱਕ ਸਿਕਿਉਰ ਨਹੀਂ ਹੈਗੀਆਂ, ਉਹਨਾਂ ਲਈ ਸਿਕਿਉਰਿਟੀ ਸਿਸਟਮ ਹੋਣਾ ਚਾਹੀਦਾ ਹੈ ਅਤੇ ਕੁੜੀਆਂ ਲਈ ਜੌਬਸ ਆਫਰਸ ਹੋਣੀਆਂ ਚਾਹੀਦੀਆਂ। ਜੋ ਕੁੜੀਆਂ ਦੇ ਬਾਰੇ ਭੇਦਭਾਵ, ਕਾਸਟ ਸਿਸਟਮ ਦੇ ਬਾਰੇ ਭੇਦਭਾਵ ਕਰਦੇ ਹੋ, ਕੁੜੀਆਂ ਨੂੰ ਵੈਲ ਐਜੂਕੇਟ ਕਰਨਾ ਚਾਹੀਦਾ ਹੈ ਜਿਸ ਦੇ ਕਾਰਨ ਕੁੜੀਆਂ ਵੀ ਉੱਤੇ ਆ ਸਕਣ, ਕੁੜੀਆਂ ਵੀ ਆਪਣੀ ਇੰਪਲੋਏ ਬਣ ਸਕਣ, ਅਤੇ ਆਪਣੀ ਜੀਵਨ ਜੀ ਸਕਣ। ਮੈਂ ਜਿਵੇਂ ਮੁੰਡਿਆਂ ਨੂੰ ਪੁੱਛ ਰਿਹਾ ਸਾਂ, ਜਦੋਂ ਤੁਸੀਂ ਆਪਣੇ ਫਰੈਂਡ ਸਰਕਲ ਦੇ ਵਿੱਚ ਬੈਠਦੇ ਹੋ, ਤੁਸੀਂ ਪੋਲੀਟਿਕਸ ਦੇ ਬਾਰੇ ਗੱਲਬਾਤ ਹੁੰਦੀ ਹੈ, ਲੀਡਰਾਂ ਦੇ ਬਾਰੇ ਵਿੱਚ ਗੱਲਬਾਤ ਹੁੰਦੀ ਹੈ ਜਾਂ ਸਿਰਫ ਜਿਹੜੇ ਫਿਲਮੀ ਹੀਰੋ ਹੀਰੋਇਨ ਉਹਨਾਂ ਬਾਰੇ ਗੱਲਬਾਤ ਹੁੰਦੀ ਹੈ? ਹਾਂਜੀ, ਜ਼ਰੂਰ ਹੁੰਦੀ ਆ। ਸਾਡੇ ਲੀਡਰਾਂ ਦੀ ਗੱਲ ਜ਼ਰੂਰ ਹੁੰਦੀ ਆ। ਅਸੀਂ ਬਹੁਤ ਜ਼ਿਆਦਾ ਮਤਲਬ ਐਕਸਾਈਟਿਡ ਹਾਂ ਕਿ ਕਿਹੜਾ ਲੀਡਰ ਆਊਗਾ, ਕੀ ਡਿਵੈਲਪਮੈਂਟ ਕਰੂਗਾ, ਕਿ ਉਹ ਰੋਜ਼ਗਾਰ ਲਿਆਊਗਾ, ਕਿ ਉਹ ਬਾਕੀ ਲੀਡਰਾਂ ਵਾਂਗ ਹੀ ਚੁੱਪਚਾਪ ਬੈਠ ਕੇ ਬਸ ਦੇਖੇਗਾ, ਕਿ ਉਹ ਬੱਚਿਆਂ ਲਈ ਰੋਜ਼ਗਾਰ ਲਿਆਏਗਾ, ਜਿਹੜੇ ਪਾਵਰਟੀ ਚ ਆ ਰਹੀ ਉਹ ਦੂਰ ਕਰੇਗਾ ਸਾਰੀ। ਕੁਝ ਲੀਡਰਸ ਦੇ ਨਾਂ ਦੱਸ ਸਕਦੇ ਹੋ ਜਿਹੜੇ ਤੁਹਾਨੂੰ ਯਾਦ ਹੋਣ, ਜਿਹੜੇ ਤੁਸੀਂ ਜਿਨ੍ਹਾਂ ਬਾਰੇ ਚਰਚਾ ਕਰਦੇ ਹੋ? ਕਾਫੀ ਲੀਡਰਸ ਨੇ ਬਟ ਨਾਮ ਨਹੀਂ ਸਰ, ਮੈਨੂੰ ਨਾਮ ਨਹੀਂ ਯਾਦ, ਬਟ ਸਰ ਗੱਲਾਂ ਤਾਂ ਹੁੰਦੀਆਂ ਕਈ ਨਾਮ ਨਹੀਂ ਯਾਦ। ਚਲੋ, ਇਹ ਅਸੀਂ ਸਕੂਲ ਦੇ ਵਿੱਚ ਪਹੁੰਚ ਕੇ ਜਾਣਨ ਦੀ ਕੋਸ਼ਿਸ਼ ਕੀਤੀ ਸੀ ਕਿ ਚੋਣਾਂ ਦਾ ਮਾਹੌਲ ਹੈ ਔਰ ਖਾਸ ਤੌਰ 'ਤੇ ਇਹ ਵਿਦਿਆਰਥੀ ਜਿਨ੍ਹਾਂ ਦੀਆਂ ਕੁਝ ਦੀਆਂ ਵੋਟਾਂ ਬਣ ਗਈਆਂ ਨੇ, ਕੁਝ ਦੀਆਂ ਹਾਲੇ ਬਣਨੀਆਂ ਬਾਕੀ ਹੈਗੀਆਂ ਨੇ, ਪਰ ਸੋਚਦੇ ਕੀ ਹੈਗੇ ਨੇ, ਕਿਉਂਕਿ ਜਿਹੜੇ ਵਿਦਿਆਰਥੀ 19 ਮਈ ਨੂੰ ਵੋਟਾਂ ਪਾਉਣਗੇ ਉਹਨਾਂ ਨੇ ਵੀ ਦੇਸ਼ ਦਾ ਭਵਿੱਖ ਤੈਅ ਕਰਨਾ ਔਰ ਜਿਨ੍ਹਾਂ ਨੇ ਆਉਣ ਵਾਲੇ ਟਾਈਮ ਦੇ ਵਿੱਚ ਪਾਉਣੀਆਂ ਉਹਨਾਂ ਦੀਆਂ ਵੋਟਾਂ ਵੀ ਦੇਸ਼ ਦਾ ਭਵਿੱਖ ਤੈਅ ਕਰਨਗੀਆਂ। ਸੋ ਇਹ ਜਾਣਨ ਵਾਸਤੇ ਅਸੀਂ ਕੋਸ਼ਿਸ਼ ਕੀਤੀ ਸੀਗੀ ਕਿ ਕੀ ਕੁਝ ਸੋਚਦੇ ਹੈਗੇ ਨੇ ਵਿਦਿਆਰਥੀ ਚੋਣਾਂ ਨੂੰ ਲੈ ਕੇ ਔਰ ਖਾਸ ਤੌਰ 'ਤੇ ਸਿਆਸਤ ਨੂੰ ਲੈ ਕੇ। ਇਹ ਗੱਲ ਨਿਕਲ ਕੇ ਸਾਹਮਣੇ ਹੈ ਕਿ ਵਿਦਿਆਰਥੀ ਇਸ ਵਕਤ ਇਸੇ ਗੱਲ ਨੂੰ ਲੈ ਕੇ ਚਿੰਤਤ ਹੈਗੇ ਨੇ ਕਿ ਅਜਿਹੀ ਸਰਕਾਰ ਹੋਣੀ ਚਾਹੀਦੀ ਹੈ ਜਿਹੜੀ ਉਹਨਾਂ ਦਾ ਭਵਿੱਖ ਸੰਵਾਰੇ,
ਐਜੂਕੇਸ਼ਨ ਸਿਸਟਮ ਦੇ ਵਿੱਚ ਸੁਧਾਰ ਲਿਆਵੇ, ਅਜਿਹੀ ਐਜੂਕੇਸ਼ਨ ਹੋਵੇ ਜਿਹੜਾ ਉਹਨਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਫਾਇਦਾ ਹੋਵੇ, ਨਾ ਕਿ ਅਜਿਹਾ ਸਿਸਟਮ ਹੋਵੇ ਜਿਹਦੇ ਨਾਲ ਵਿਦਿਆਰਥੀ ਮਜਬੂਰ ਹੋ ਕੇ ਵਿਦੇਸ਼ਾਂ ਨੂੰ ਭੱਜ ਸਕਣ। ਸੋ ਇਹ ਅਸੀਂ ਚਰਚਾ ਕੀਤੀ ਹੈ ਵਿਦਿਆਰਥੀਆਂ ਨਾਲ। ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਹੋਰ ਥਾਵਾਂ 'ਤੇ ਜਾ ਕੇ ਕੁਝ ਹੋਰ ਨੌਜਵਾਨਾਂ ਦੇ ਨਾਲ, ਕੁਝ ਹੋਰ ਲੋਕਾਂ ਦੇ ਨਾਲ ਜਾ ਕੇ ਚਰਚਾ ਕਰਾਂਗੇ ਕਿ ਉਹ ਕੀ ਸੋਚਦੇ ਹੈਗੇ ਨੇ ਸਿਆਸਤ ਨੂੰ ਲੈ ਕੇ ਔਰ ਚੋਣਾਂ ਨੂੰ ਲੈ ਕੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਇਹਨੇ ਮੈਨੂੰ ਤੇ ਮੇਰੀ ਸਾਥੀ ਜਗਰੂਪ ਨੂੰ ਦਿਓ ਇਜਾਜ਼ਤ। ਧੰਨਵਾਦ।